ਜਗਬਾਣੀ ਟੀਵੀ ਉੱਤੇ ਇਸ ਸਮੇਂ ਦੀ ਵੱਡੀ ਤੇ ਦੁਖਦਾਈ ਖਬਰ ਨੇ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ 'ਚ ਇੱਕ ਹੀ ਦਿਨ 'ਚ ਕੋਰੋਨਾ ਵਾਇਰਸ ਨਾਲ ਤੀਸਰੀ ਮੌਤ ਹੋ ਗਈ ਹੈ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ਦੋ ਉਮਰਦਰਾਜ਼ ਲੋਕਾਂ ਦੀ ਕੋਵਿਡ-19 ਕਾਰਨ ਜਾਨ ਚਲੀ ਗਈ ਸੀ। ਜਿਸ 'ਚ ਬੱਚੀ ਨੇ ਹੁਣ ਦਮ ਤੋੜਿਆ ਹੈ। ਉਹ ਮਹਿਜ਼ 8 ਮਹੀਨਿਆਂ ਦੀ ਸੀ ਅਤੇ 2 ਦਿਨ ਪਹਿਲਾਂ ਹੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ 'ਚ ਉਸ ਨੂੰ ਐਡਮਿਟ ਕੀਤਾ ਗਿਆ ਸੀ। 8 ਜੂਨ ਨੂੰ ਦੁਪਹਿਰ ਸਮੇਂ ਬੱਚੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਲਗਾਤਾਰ ਵਿਗੜਦੀ ਗਈ। ਅਗਲੇ ਕੁਝ ਹੀ ਘੰਟਿਆਂ 'ਚ ਬੱਚੀ ਦੀ ਮੌਤ ਹੋ ਗਈ। ਪਿੰਡ ਗੋਪਾਲਪੁਰਾ ਦੀ ਰਹਿਣ ਵਾਲੀ ਸੀ ਬੱਚੀ, ਜਿਸ ਦੀ ਮੌਤ ਹੋਈ ਹੈ। ਹੁਣ ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚੀ ਦੇ ਪੂਰੇ ਪਰਿਵਾਰ ਦੇ ਟੈਸਟ ਕੀਤੇ ਗਏ ਨੇ ਅਤੇ ਸਾਰਿਆਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ। ਪੰਜਾਬ 'ਚ ਹੁਣ ਤੱਕ 2670 ਦੇ ਕਰੀਬ ਮਾਮਲੇ ਹੋ ਚੁੱਕੇ ਨੇ ਅਤੇ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੇ ਹਾਲਾਤ ਵੀ ਕੋਈ ਬਿਹਤਰ ਨਹੀਂ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 2,58,000 ਪਾਰ ਕਰ ਚੁੱਕੇ ਨੇ ਅਤੇ 7200 ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੋਕਾਂ ਨੂੰ ਵੀ ਇਸ ਮੁਸ਼ਕਿਲ ਭਰੇ ਸਮੇਂ 'ਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿਸ 'ਚ ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਜ਼ਰੂਰੀ ਹੈ। ਜਗਬਾਣੀ ਟੀਵੀ ਉੱਤੇ ਇਸ ਸਮੇਂ ਦੀ ਵੱਡੀ ਤੇ ਦੁਖਦਾਈ ਖਬਰ ਨੇ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ 'ਚ ਇੱਕ ਹੀ ਦਿਨ 'ਚ ਕੋਰੋਨਾ ਵਾਇਰਸ ਨਾਲ ਤੀਸਰੀ ਮੌਤ ਹੋ ਗਈ ਹੈ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ਦੋ ਉਮਰਦਰਾਜ਼ ਲੋਕਾਂ ਦੀ ਕੋਵਿਡ-19 ਕਾਰਨ ਜਾਨ ਚਲੀ ਗਈ ਸੀ। ਜਿਸ 'ਚ ਬੱਚੀ ਨੇ ਹੁਣ ਦਮ ਤੋੜਿਆ ਹੈ। ਉਹ ਮਹਿਜ਼ 8 ਮਹੀਨਿਆਂ ਦੀ ਸੀ ਅਤੇ 2 ਦਿਨ ਪਹਿਲਾਂ ਹੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ 'ਚ ਉਸ ਨੂੰ ਐਡਮਿਟ ਕੀਤਾ ਗਿਆ ਸੀ। 8 ਜੂਨ ਨੂੰ ਦੁਪਹਿਰ ਸਮੇਂ ਬੱਚੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਲਗਾਤਾਰ ਵਿਗੜਦੀ ਗਈ। ਅਗਲੇ ਕੁਝ ਹੀ ਘੰਟਿਆਂ 'ਚ ਬੱਚੀ ਦੀ ਮੌਤ ਹੋ ਗਈ। ਪਿੰਡ ਗੋਪਾਲਪੁਰਾ ਦੀ ਰਹਿਣ ਵਾਲੀ ਸੀ ਬੱਚੀ, ਜਿਸ ਦੀ ਮੌਤ ਹੋਈ ਹੈ। ਹੁਣ ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚੀ ਦੇ ਪੂਰੇ ਪਰਿਵਾਰ ਦੇ ਟੈਸਟ ਕੀਤੇ ਗਏ ਨੇ ਅਤੇ ਸਾਰਿਆਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ। ਪੰਜਾਬ 'ਚ ਹੁਣ ਤੱਕ 2670 ਦੇ ਕਰੀਬ ਮਾਮਲੇ ਹੋ ਚੁੱਕੇ ਨੇ ਅਤੇ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੇ ਹਾਲਾਤ ਵੀ ਕੋਈ ਬਿਹਤਰ ਨਹੀਂ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 2,58,000 ਪਾਰ ਕਰ ਚੁੱਕੇ ਨੇ ਅਤੇ 7200 ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੋਕਾਂ ਨੂੰ ਵੀ ਇਸ ਮੁਸ਼ਕਿਲ ਭਰੇ ਸਮੇਂ 'ਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿਸ 'ਚ ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਜ਼ਰੂਰੀ ਹੈ। ਜਗਬਾਣੀ ਟੀਵੀ ਉੱਤੇ ਇਸ ਸਮੇਂ ਦੀ ਵੱਡੀ ਤੇ ਦੁਖਦਾਈ ਖਬਰ ਨੇ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ 'ਚ ਇੱਕ ਹੀ ਦਿਨ 'ਚ ਕੋਰੋਨਾ ਵਾਇਰਸ ਨਾਲ ਤੀਸਰੀ ਮੌਤ ਹੋ ਗਈ ਹੈ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ਦੋ ਉਮਰਦਰਾਜ਼ ਲੋਕਾਂ ਦੀ ਕੋਵਿਡ-19 ਕਾਰਨ ਜਾਨ ਚਲੀ ਗਈ ਸੀ। ਜਿਸ 'ਚ ਬੱਚੀ ਨੇ ਹੁਣ ਦਮ ਤੋੜਿਆ ਹੈ। ਉਹ ਮਹਿਜ਼ 8 ਮਹੀਨਿਆਂ ਦੀ ਸੀ ਅਤੇ 2 ਦਿਨ ਪਹਿਲਾਂ ਹੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ 'ਚ ਉਸ ਨੂੰ ਐਡਮਿਟ ਕੀਤਾ ਗਿਆ ਸੀ। 8 ਜੂਨ ਨੂੰ ਦੁਪਹਿਰ ਸਮੇਂ ਬੱਚੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਲਗਾਤਾਰ ਵਿਗੜਦੀ ਗਈ। ਅਗਲੇ ਕੁਝ ਹੀ ਘੰਟਿਆਂ 'ਚ ਬੱਚੀ ਦੀ ਮੌਤ ਹੋ ਗਈ। ਪਿੰਡ ਗੋਪਾਲਪੁਰਾ ਦੀ ਰਹਿਣ ਵਾਲੀ ਸੀ ਬੱਚੀ, ਜਿਸ ਦੀ ਮੌਤ ਹੋਈ ਹੈ। ਹੁਣ ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚੀ ਦੇ ਪੂਰੇ ਪਰਿਵਾਰ ਦੇ ਟੈਸਟ ਕੀਤੇ ਗਏ ਨੇ ਅਤੇ ਸਾਰਿਆਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ। ਪੰਜਾਬ 'ਚ ਹੁਣ ਤੱਕ 2670 ਦੇ ਕਰੀਬ ਮਾਮਲੇ ਹੋ ਚੁੱਕੇ ਨੇ ਅਤੇ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੇ ਹਾਲਾਤ ਵੀ ਕੋਈ ਬਿਹਤਰ ਨਹੀਂ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 2,58,000 ਪਾਰ ਕਰ ਚੁੱਕੇ ਨੇ ਅਤੇ 7200 ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੋਕਾਂ ਨੂੰ ਵੀ ਇਸ ਮੁਸ਼ਕਿਲ ਭਰੇ ਸਮੇਂ 'ਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿਸ 'ਚ ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਜ਼ਰੂਰੀ ਹੈ।
ਜਗਬਾਣੀ ਟੀਵੀ ਉੱਤੇ ਇਸ ਸਮੇਂ ਦੀ ਵੱਡੀ ਤੇ ਦੁਖਦਾਈ ਖਬਰ ਨੇ ਦਸਤਕ ਦੇ ਦਿੱਤੀ ਹੈ। ਅੰਮ੍ਰਿਤਸਰ 'ਚ ਇੱਕ ਹੀ ਦਿਨ 'ਚ ਕੋਰੋਨਾ ਵਾਇਰਸ ਨਾਲ ਤੀਸਰੀ ਮੌਤ ਹੋ ਗਈ ਹੈ। ਇਸ ਤੋਂ ਕੁਝ ਹੀ ਘੰਟੇ ਪਹਿਲਾਂ ਦੋ ਉਮਰਦਰਾਜ਼ ਲੋਕਾਂ ਦੀ ਕੋਵਿਡ-19 ਕਾਰਨ ਜਾਨ ਚਲੀ ਗਈ ਸੀ। ਜਿਸ 'ਚ ਬੱਚੀ ਨੇ ਹੁਣ ਦਮ ਤੋੜਿਆ ਏ, ਉਹ ਮਹਿਜ਼ 8 ਮਹੀਨਿਆਂ ਦੀ ਸੀ ਅਤੇ 2 ਦਿਨ ਪਹਿਲਾਂ ਹੀ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ 'ਚ ਉਸ ਨੂੰ ਐਡਮਿਟ ਕੀਤਾ ਗਿਆ ਸੀ। 8 ਜੂਨ ਨੂੰ ਦੁਪਹਿਰ ਸਮੇਂ ਬੱਚੀ ਦੀ ਤਬੀਅਤ ਅਚਾਨਕ ਖਰਾਬ ਹੋ ਗਈ ਅਤੇ ਲਗਾਤਾਰ ਵਿਗੜਦੀ ਗਈ। ਅਗਲੇ ਕੁਝ ਹੀ ਘੰਟਿਆਂ 'ਚ ਬੱਚੀ ਦੀ ਮੌਤ ਹੋ ਗਈ। ਪਿੰਡ ਗੋਪਾਲਪੁਰਾ ਦੀ ਰਹਿਣ ਵਾਲੀ ਸੀ ਬੱਚੀ, ਜਿਸ ਦੀ ਮੌਤ ਹੋਈ ਹੈ। ਹੁਣ ਪ੍ਰਸ਼ਾਸਨ ਵੱਲੋਂ ਪੂਰੇ ਪਿੰਡ ਨੂੰ ਸੈਨੀਟਾਈਜ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬੱਚੀ ਦੇ ਪੂਰੇ ਪਰਿਵਾਰ ਦੇ ਟੈਸਟ ਕੀਤੇ ਗਏ ਨੇ ਅਤੇ ਸਾਰਿਆਂ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਗਿਆ ਹੈ। ਪੰਜਾਬ 'ਚ ਹੁਣ ਤੱਕ 2670 ਦੇ ਕਰੀਬ ਮਾਮਲੇ ਹੋ ਚੁੱਕੇ ਨੇ ਅਤੇ 53 ਲੋਕਾਂ ਦੀ ਮੌਤ ਹੋ ਚੁੱਕੀ ਹੈ। ਭਾਰਤ ਦੇ ਹਾਲਾਤ ਵੀ ਕੋਈ ਬਿਹਤਰ ਨਹੀਂ ਹਨ। ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 2,58,000 ਪਾਰ ਕਰ ਚੁੱਕੇ ਨੇ ਅਤੇ 7200 ਲੋਕਾਂ ਦੀ ਜਾਨ ਜਾ ਚੁੱਕੀ ਹੈ। ਲੋਕਾਂ ਨੂੰ ਵੀ ਇਸ ਮੁਸ਼ਕਿਲ ਭਰੇ ਸਮੇਂ 'ਚ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ, ਜਿਸ 'ਚ ਫੇਸ ਮਾਸਕ, ਹੈਂਡ ਸੈਨੀਟਾਈਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਸਭ ਤੋਂ ਜ਼ਰੂਰੀ ਹੈ। ਅੰਮ੍ਰਿਤਸਰ ਤੋਂ ਸੁਮਿਤ ਖੰਨਾ, ਜਗਬਾਣੀ ਟੀਵੀ।